ਸਾਰੇ ਜਗ 'ਤੇ ਵਸਣ ਵਾਲੇ ਪੰਜਾਬੀ ਪਿਆਰਿਆਂ ਦੀ ਸੇਵਾ ਵਿੱਚ ਤੁਹਾਡਾ ਸੱਜਣ, ਤੁਹਾਡਾ ਬੇਲੀ, ਤੁਹਾਡਾ ਮਿੱਤਰ, ਤੁਹਾਡਾ ਵੀਰ ਅਤੇ ਤੁਹਾਡਾ ਭਰਾ ਅਤੇ ਮਾਂ ਬੋਲੀ ਦਾ ਨਿੱਕਾ ਜਿਹਾ ਸੇਵਕ ਡਾਕਟਰ ਐਮ.ਐਚ. ਬਾਬਰ ਹਾਜ਼ਰ ਹੈ ਜਨਾਬ ਇਲਿਆਸ ਘੁੰਮਣ ਹੋਰਾਂ ਦੀ ਜਗ ਧੁੰਮੀ ਕਿਤਾਬ ਵੰਡ ਦੀ ਅੱਜ 118ਵੀਂ ਕਿਸ਼ਤ ਦੇ ਨਾਲ। ਅਤੇ ਅੱਜ ਇਹਦੇ 'ਚ ਸ਼ਾਮਲ ਹੈ ਜੀ ਕਹਾਣੀ ਨੰਬਰ 76। ਕਹਾਣੀ ਹੈ ਮਿਲਣੀ ਅਤੇ ਇਹਦੇ ਲਿਖਿਆਰ ਨੇ ਜੰਗ ਬਹਾਦਰ ਸਿੰਘ ਘੁੰਮਣ। ਤੇ ਲਓ ਫਿਰ ਕਹਾਣੀ ਸ਼ੁਰੂ ਕਰਨੇ ਆ ਕਿ ਤਰੀਕ 8 ਮਈ 1997 ਘਰ ਇਕੱਲਾ ਹੀ ਸਾਂ। ਬਲਬੀਰ ਕੌਰ ਘੁੰਮਣ ਕਿਸੇ ਵਿਆਹ ਵਿੱਚ ਹਾਜ਼ਰੀ ਭਰਨ ਗਏ ਹੋਏ ਸਨ। ਦੁਪਹਿਰ ਬਾਅਦ ਪਹਿਲਾਂ ਹਨੇਰੀ ਅਤੇ ਫਿਰ ਜ਼ੋਰਦਾਰ ਛਲਾਟਾਂ ਵਾਲਾ ਮੀਂਹ ਵਰਨ ਲੱਗ ਪਿਆ। ਬਿਜਲੀ ਚਲੀ ਗਈ ਸੀ ਪਰ ਸੁਆਦਲੀ ਠੰਡ ਦਾ ਸੁਖਾਵਾਂ ਜਿਹਾ ਅਹਿਸਾਸ ਹੋਣ ਲੱਗਾ। ਸਵੇਰ ਦਾ ਥੱਕਿਆ ਆ ਰਿਹਾ ਅਖਬਾਰ ਪੜ੍ਹਦਿਆਂ ਮੈਂ ਮਿੱਠੀ ਨੀਂਦ ਵਿੱਚ ਗੁਆਚ ਗਿਆ। ਕੋਈ ਸੁਪਨਾ ਮੈਨੂੰ ਹਸੀਨ ਵਾਦੀ ਵਿੱਚ ਲੈ ਗਿਆ। ਮੇਰੇ ਵਜੂਦ ਨੂੰ ਜਿਵੇਂ ਖੰਭ ਲੱਗ ਗਿਆ ਸਨ। ਤਾਈਓ ਕਿ ਬਾਹਰ ਪੋਲੀ ਜੀ ਦਸਤਕ ਨਾਲ ਮੈਂ ਵਾਪਸ ਪਰਤਿਆ। ਸੁਪਨਾ ਟੁੱਟ ਗਿਆ ਸੀ ਮੇਰਾ। ਕੱਚੀ ਨੀਂਦੇ ਉੱਠਿਆ ਮੈਂ ਲੜਖੜਾਉਂਦਾ ਗੇਟ ਤਾਈਂ ਅਪੜਿਆ। ਵਾਹ, ਦਿਰਦੀ ਸਾਹਿਬ! ਬਾਹਰ ਮਹਾਂਵੀਰ ਸਿੰਘ ਦਿਰਦੀ ਹੋਰੀ ਮੀਂਹ ਵਿੱਚ ਅੱਧ ਭਿੱਜੇ ਖੜੇ ਸਨ। ਆਓ ਮਹਾਰਾਜ, ਅੰਦਰ ਆਓ। ਹਰਫੂਲ ਸਿੰਘ ਨੂੰ ਮਿਲਣ ਗਿਆ ਤਾਂ ਉਸ ਰੁਕਾ ਦਿੱਤਾ। ਆਂਦਾ ਸੀ ਘੁੰਮਣ ਨੂੰ ਤਿਆਰ ਕਰਕੇ ਲੈ ਆ, ਆਪਾਂ ਜਲੰਧਰ ਚੱਲਣਾ ਇਲਿਆਸ ਘੁੰਮਣ ਨੂੰ ਮਿਲਣ। ਫੁਲਕਾਰੀ ਵਾਲਿਆਂ ਉਹਦੇ ਨਾਲ ਰੂਬਰੂ ਰੱਖਿਆ। ਰੁਕਾ ਇੰਝ ਸੀ, ਜੰਗ ਜੀ, ਡਾਕਟਰ ਜਸਵੰਤ ਬੇਗੋਵਾਲ ਜੀ ਨੇ ਮੇਰੀ ਡਿਊਟੀ ਲਾਈ ਹੈ ਕਿ ਮੈਂ ਤੁਹਾਨੂੰ ਇਲਿਆਸ ਘੁੰਮਣ ਸਨਮਾਨ ਸਮਾਰੋਹ 'ਤੇ ਰੂਬਰੂ ਜੋ ਅੱਜ 5 ਵਜੇ ADC ਵਿਕਾਸ ਨਵੇਂ ਤਹਿਸੀਲ ਕੰਪਲੈਕਸ ਵਿਖੇ ਹੋ ਰਿਹਾ ਹੈ, ਆਉਣ ਲਈ ਸੁਨੇਹਾ ਦੇਵਾਂ। ਹਰਫੂਲ ਨਾਲ ਹੀ ਅਖਬਾਰ ਦੀ ਖਬਰ ਵਾਲੀ ਕਟਿੰਗ ਵੀ ਪਿੰਨ ਨਾਲ ਜੋੜੀ ਹੋਈ ਸੀ ਅਤੇ ਹਰਫੂਲ ਨੇ ਇਹ ਵੀ ਕਿਹਾ ਕਿ ਮੈਂ ਜ਼ਰਾ ਘਰ ਚੱਲਿਆ, 4 ਵਜੇ ਦਫ਼ਤਰ ਪਹੁੰਚ ਜਾਵਾਂਗਾ, ਉੱਥੋਂ ਆਪਾਂ ਜਲੰਧਰ ਲਈ ਰਵਾਨਾ ਹੋਵਾਂਗੇ। ਦਿਰਦੀ ਸਾਹਿਬ ਦੇ ਬੋਲਾਂ ਵਿੱਚ ਉਤਸ਼ਾਹ ਸੀ। ਚਾਹ ਬਣਾ ਲਿਆ ਵਾਂ ਤੁਹਾਡੇ ਲਈ। ਵਰਦੇ ਮੀਂਹ 'ਚ ਵਿਹੜੇ ਬੰਨਿਓ ਮੈਂ ਰਸੋਈ ਵੱਲ ਵਧਿਆ। ਮਿੱਠਾ ਬਹੁਤ ਘੱਟ ਪਾਈ। ਛਰਾਟਾਂ ਦੇ ਸੰਗੀਤ 'ਚ ਦਿਰਦੀ ਸਾਹਿਬ ਦੀ ਅਪੰਤ ਭਰੀ ਆਵਾਜ਼ ਮੈਨੂੰ ਚੰਗੀ ਚੰਗੀ ਲੱਗੀ ਸੀ। ਚਾਹ ਪੀਂਦਿਆਂ ਉਹਨਾਂ ਗੌਰਮੈਂਟ ਟੀਚਰ ਯੂਨੀਅਨਾਂ ਦੀ ਪੁਰਾਣੀਆਂ ਸੰਘਰਸ਼ ਭਰੀਆਂ ਗੱਲਾਂ ਛੇੜ ਕੇ ਜਿਵੇਂ ਸਮਾਂ ਹੀ ਬੰਨ੍ਹ ਦਿੱਤਾ। ਤਿਆਰ ਹੋਵਾਂ ਫਿਰ? ਮੈਂ ਘੜੀ ਵੱਲ ਵੇਖਦਿਆਂ ਕਿਹਾ ਅਤੇ ਦੂਸਰੇ ਕਮਰੇ ਵਿੱਚ ਚਲਾ ਗਿਆ। ਮੀਂਹ ਰੁਕ ਗਿਆ ਸੀ ਅਤੇ ਅਸੀਂ ਐਨ 4 ਵਜੇ PSB ਫਾਈਨਾਂਸ ਦਫ਼ਤਰ ਪਹੁੰਚ ਗਏ ਸਾਂ। 15-20 ਮਿੰਟ ਲੰਘ ਗਏ ਉਡੀਕਦਿਆਂ, ਪਰ ਹਰਫੂਲ ਸਿੰਘ ਹੋਰੀ ਨਹੀਂ ਸਨ ਆ ਰਹੇ। ਉਹਨਾਂ ਦੀ ਕੋਠੀ ਫੋਨ ਕੀਤਾ ਪਰ ਫੋਨ ਕਿਸੇ ਚੁੱਕਿਆ ਨਾ। ਕੋਈ ਗੱਲ ਜ਼ਰੂਰ ਸੀ। ਕੋਈ ਕਾਰ ਰੁਕਦੀ ਤਾਂ ਅਸੀਂ ਉਹ ਤਸਕਤਾ ਵੱਲ ਬਾਹਰ ਵੱਲ ਵੇਖਦੇ। 5 ਵੱਜ ਗਏ ਸਨ। ਅਸੀਂ ਮਾਯੂਸ ਹੋ ਗਏ, ਸੋ ਅਸਾਂ ਮਜਬੂਰਨ ਸਲਾਹ ਤੱਜ ਦਿੱਤੀ। ਦਿਰਦੀ ਸਾਹਿਬ ਆਪਣੇ ਪਿੰਡ ਅਤੇ ਮੈਂ ਆਪਣੇ ਘਰ ਪਰਤਾਇਆ। 11 ਮਈ 97 ਦਿਹਾੜ ਐਤਵਾਰ। ਅੱਜ ਕੋਈ ਮਸਰੂਫੀਅਤ ਨਹੀਂ ਸੀ। ਵੱਡਾ ਬੇਟਾ ਨਵਜੋਤ ਰਾਤ 11 ਕੁ ਵਜੇ ਯੂਨੀਵਰਸਿਟੀ ਤੋਂ ਘਰ ਪਹੁੰਚਿਆ ਸੀ। ਉਸ ਨਾਲ ਦੇਰ ਰਾਤ ਤੱਕ ਗੱਲਾਂ ਕਰਦੇ ਰਹੇ। ਰੋਜ਼ ਵਾਂਗ ਸਵੇਰੇ 4 ਵਜੇ ਉੱਠ ਕੇ ਸੈਰ ਲਈ ਗਏ। ਵਾਪਸ ਆ ਕੇ ਪਾਸ਼ ਦੀਆਂ ਕੁਝ ਕਵਿਤਾਵਾਂ ਪੜ੍ਹੀਆਂ, ਫਿਰ ਨੀਂਦ ਆ ਗਈ। ਅਖਬਾਰਾਂ ਆ ਗਈਆਂ ਹੋਈਆਂ ਨੇ। ਉੱਠੋ ਹੁਣ, ਬਲਬੀਰ ਨੇ ਚਾਹ ਮੇਜ਼ 'ਤੇ ਧਰਦਿਆਂ ਕਿਹਾ ਸੀ। ਪੰਜਾਬੀ ਟ੍ਰਿਬਿਊਨ ਅਤੇ ਅਜੀਤ ਦੀਆਂ ਸੁਰਖੀਆਂ 'ਤੇ ਪੰਛੀ ਝਾਤ ਪਾਈ। ਫਿਰ ਅਸੀਂ ਨਹਾਉਣ ਧੋਣ ਵਿੱਚ ਰੁੱਝ ਗਏ। ਆਹ ਵੇਖੋ ਜੀ, ਖਬਰ ਛਪੀ, ਅੱਜ ਇਲਿਆਸ ਘੁੰਮਣ ਨਾਲ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਰੂਬਰੂ ਹੋ ਰਿਹਾ। ਪੰਜਾਬੀ ਲੇਖ ਸਭਾ ਜਲੰਧਰ ਵੱਲੋਂ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਖੁੱਲ੍ਹਾ ਸੱਦਾ ਜੇ, ਜਾ ਕੇ ਆਓ। ਵੇਖੋ ਤਾਂ ਸਹੀ, ਘੁੰਮਣ ਹੈ ਕਿਹੋ ਜਿਹਾ, ਉਸ ਦੇ ਵਿਚਾਰ ਕਿਹੋ ਜਿਹਾ ਅਤੇ ਕਿਵੇਂ ਬੋਲਦਾ। ਬਲਬੀਰ ਨੇ ਲਗਭਗ 11 ਕੁ ਵਜੇ ਅਜੀਤ ਪੜ੍ਹਦਿਆਂ ਮੈਨੂੰ ਖਬਰ ਸੁਣਾਈ ਅਤੇ ਨਾਲ ਹੀ ਸੁਚੱਜੇ ਆਦੇਸ਼ ਵਰਗੀ ਸਲਾਹ ਦਿੱਤੀ। ਬਲਬੀਰ ਦੀ ਸਲਾਹ ਮੈਨੂੰ ਚੰਗੀ ਲੱਗੀ ਅਤੇ ਮੈਂ ਜਲੰਧਰ ਜਾਣ ਦਾ ਮਨ ਬਣਾ ਲਿਆ। ਚਲੋ ਦੂਰੋਂ ਹੀ ਸਹੀ, ਝਾਤੀ 'ਤੇ ਪਾਵਾਂਗੇ ਆਪਣੇ ਘੁੰਮਣ ਭਰਾ 'ਤੇ। 3:30 ਵਜੇ ਮੈਂ ਤਿਆਰ ਹੋ ਗਿਆ ਸਾਂ। ਸਬਾਸਕ ਦੀਆਂ ਕੁਝ ਕਾਪੀਆਂ ਲਈਆਂ ਅਤੇ ਟੈਲੀਵਿਜ਼ਨ ਵੇਖ ਰਹੇ ਨਵਜੋਤ ਅਤੇ ਸਰਬਜੋਤ ਕੋਲ ਗਿਆ। ਸਰਬਜੋਤ, ਆ ਤੈਨੂੰ ਪਾਕਿਸਤਾਨ ਤੋਂ ਆਇਆ ਤੇਰਾ ਭਰਾ ਵਿਖਾ ਕੇ ਲਿਆਵਾਂ। ਭਰਾ ਥੋੜ੍ਹਾ, ਇਹਦਾ ਤਾਂ ਚਾਚਾ ਹੋਇਆ ਕਿ? ਬਲਬੀਰ ਨੇ ਸੋਧ ਕਰਦਿਆਂ ਕਿਹਾ। ਹਾਂ ਸੱਚ, ਚੱਲ ਸਰਬਜੋਤ। ਪਰ ਸਰਬਜੋਤ ਸਿੰਘ, ਜੋ ਅਜੇ ਪਰਸੋਂ ਹੀ ਮੈਨੂੰ ਪੁੱਛ ਰਿਹਾ ਸੀ
कि पापा इलियास घूमन कदे अपने घर नहीं आए। टैलीविजन ते चल रही फिल्म विच लेन होया जक्को तक्की विच पै गया सी। सो उसके पालपन की सतिथि समझदा मैं सब नूं गुड बाय कह के जलंधर लई बस अड्डे वल तुर पिया। 5 वजन च 10 मिनट रहिंदे सन जद मैं जलंधर बस अड्डे तो पैदल ही मस्त चाले तुरदा देश भगत यादगार हाल की खूबसूरत इमारत के सन्मुख सां। ग्रुपां विच खड़े चिंतनशील लेखक ते साहत प्रेमी आपस विच विचार वटांदरा करते थोड़ी देर नूं पहुंचण वाले एक संजीदा प्राहुणे की सऊ उड़ीक कर रहे सन। गेट के सज्जे पासे सड़क वाले पासे कोई 10 मीटर दूर मखमली घाह के हरे कचूर विछाने ते हरभजन हुंदल, वरियाम संधू, महावीर सिंह दिरदी, संत संधू ते कंवल इम्तियाज गोल चक्कर बनाई बैठिया ते मेरा ध्यान खिंच लिया। कुदरती मैं बाकियां नूं छड्ड उन्हां वल ही जाना सी। दुआ सलाम कीती, हथ मिला के बैठिया तो पता लगा कि हुणे हुणे वो मेरियां ही चुगलियां कर रहे सन। खैर शुगल चलता रहा, शब्दां दे बाण चलते रहे, शब्दां दीयां ढालां वारां नूं रोकदियां हासा पैंदा, कदे कदे माहौल गंभीर भी हो जाता। केवल परवाना सतवंत ते निर्मल भंडाल भी आ बैठे सन। इलियास घूमन लेट हो रहा सी, लुधियाने तो आउणा सी। उस कोई 5:30 बजे सानू सब नूं हाल विच पहुंचण लई आखिया गया। 5:45 बजे ताईं लेखक दोस्त हाल विच कुर्सियां ते बराजमान हो गए सन। एक दूजे दे जानू दूरों ही फतेह बुलाउंदे, नेड़े वाले उठ उठ के हथ लाउंदे। कुछ अखबारां रसालियां वाले आपो अपनियां कापियां बैठे सज्जनां नूं वंडदे। माइक टैसटिंग वाला अपने कसब विच रुझा कदे कदे सारियां दे ध्यान खिंचदा ते फिर चुप छा जांदी। इलियास घूमन नूं वेखण सुणन वालियां दी गिनती वधदी जा रही सी, हाल भरदा जा रहा सी। तदे के आ गया बई घूमन, सतवंत ने पिछे वेखदे आखिया सी। सत्कार विच सब खड़े हो गए सन। मेरे दिल की धड़कन तेज हो गई, साह रोक लिया सी मैं। गेंदे दे फुल्लां दे हारां नाल लद्दिया सेहतमंद सोहना जवान इलियास घूमन एक नायक वांग स्टेज वाल आ रहा सी। गंभीर सियाणा ज़्यादा इलियास घूमन सब तो पहलां उस हरभजन सिंह हुंदल कोल खड़ के हथ मिलाया, गल कीती ते अगे वधिया। कुछ होरनां नूं भी मिलिया ते फिर अगलियां कुर्सियां 'च थां लै लई। अर्थ भरपूर क्षणां की शुरुआत हो गई सी। जिउंदी ते भरवीं खामोशी किसी दे बोलां नूं जी आयां आखण लई तैयार सी। वरियाम संधू ने मोह भरे शब्दां नाल इलियास नूं स्टेज ते आउण लई आखिया। ताड़ियां दी गूंज विच सोचवान मनुख वांग साबत कदमी तुरदा उस स्टेज ते पईयां खूबसूरत कुर्सियां चों विचकारली ते तशरीफ फरमा होया। जगदेश वरियाम, गंदरू सीन ते बाबा गुरबख्श सिंह बनुआणा भी प्रधानगी लई स्टेज ते मशूबत होए। डॉक्टर जगतार सिंह होरां नूं जिन्हां पाकिस्तानी पंजाबी शायरी ते आलोचनात्मक अधीन संबंधी डॉक्टरेट की हुई है, घूमन नूं जी आयां नूं आखण लई स्टेज ते बुलाया गया। उन्हां अपने भाषण दौरान इलियास नूं पाकिस्तान का श्रेष्ठ कहानीकार मन्निया। हरभजन सिंह हुंदल ते नरिंजन सिंह साथी होरां भी घूमन दीयां साहतक प्राप्तियां की चर्चा की, पर उतस्कता तां घूमन नूं सुणन दी सी। उस दे माइक ते आउंदियां मैं ध्यान पूरी तरह उस दे बोलां, विचारां ते हाव भावां ते केंद्रित कर लई। उसका कोई भी बोल मैं अनसुनिया नहीं सी करना चाहता। शब्दां की व्याख्या उस किड्डी प्यारी कीती सी ते साहतकारां नूं रुखां वर्गे हो जाण लई उसकी दलील किन्नी दिल नूं टुंबण वाली, धरेक ते फुल्लां की खुशबू वाली गल किन्नी सियाणी कीती। उस हाय एक एक हरफ सांभण वाला सी। उसके हर वाक उपरंत हाल ताड़ियां नाल गूंज उठदा। उधरले पंजाब विच पंजाबी के प्रचार लई पाए अपने योगदान बारे दस्सिया। गुरमुखी लिपि विच सिखण सिखाउण बारे अपनी ते होरां दी कोशिश बारे जाणू करवाया। उस आखिया, मैं चाहना हाँ कि हिंदुस्तान अते पाकिस्तान विच सांझ, मुहब्बत अते रवादारियां दे पुल बनन, लोग एक दूजे दे नेड़े आउण अते सियासत दीयां बनाईयां सौड़ियां हदबंदियां टुट जाण। भाषण उपरंत इलियास हुण अपनी कुर्सी ते बैठ चुकिया सी, पर उसके पाक जज्बियां की मुहब्बत ने मैनू वर्तमान चों गैर हाजिर कर दिता। अतीत दीयां कसैलियां यादां
ਮੇਰੀਆਂ ਅੱਖਾਂ ਵਿੱਚ ਉਦਾਸੀ ਭਰਨ ਲੱਗੀਆਂ। ਵੰਡ ਵੇਲੇ ਸਾਨੂੰ ਇੱਧਰ ਆਉਣਾ ਪਿਆ ਸੀ। ਬਿਆਸ ਦਰਿਆ ਦੇ ਕੰਢੇ ਵਸੇ ਪਿੰਡ ਮਾੜੀ ਬੁੱਚੀਆਂ ਗੁਰਦਾਸਪੁਰ ਜਦ ਮੈਂ ਭੰਗੂੜੇ 'ਚੋਂ ਉੱਠ ਰਿੜਨਾ ਸਿੱਖ ਕੇ ਮੰਜੀ ਦੀ ਬਾਹੀ ਫੜ ਕੇ ਖਲੋਣਾ ਸਿੱਖਿਆ ਹੀ ਹੋਵੇਗਾ ਕਿ ਸ਼ਬਦ ਪਾਕਿਸਤਾਨ ਦੀ ਵਿਹੜੇ ਦੀ ਫਿਜ਼ਾ ਵਿੱਚ ਆਮ ਹੀ ਸੁਣਾਈ ਦਿੰਦਾ। ਮੇਰੀ ਮਾਂ ਸਹਿਜ ਭਾਅ ਨਾਲ ਮਾਂ ਬੋਲੀ ਦੇ ਮਿੱਠੇ ਪਾਠ ਪੜ੍ਹਾਉਂਦਿਆਂ ਪਤਾ ਨਹੀਂ ਕਿਉਂ ਮੇਰੇ ਨਾਲ ਪਾਕਿਸਤਾਨ ਬਾਰੇ ਗੱਲਾਂ ਕਰਦੀ। ਮੇਰੇ ਲਈ ਪਾਕਿਸਤਾਨ ਉਦੋਂ ਦਰਿਆ ਦੇ ਪਰਲੇ ਪਾਸੇ ਮੰਡ ਦੀ ਕਾਹੀ 'ਚ ਰਹਿੰਦਾ ਕੋਈ ਜਾਨਵਰ ਸੀ। ਉਨੀ ਦਿਨੀ ਮੇਰੀ ਮਾਂ ਘਰ ਦਾ ਗੁਜ਼ਾਰਾ ਠੀਕ ਢੰਗ ਨਾਲ ਤੋਰਨ ਲਈ 1955 ਤੀਕ ਲੋਕਾਂ ਦੇ ਕੱਪੜੇ ਸਿਉਂਦੀ। ਕਿਉਂ ਸਿਉਂਦੀ? ਉਦੋਂ ਮੇਰੇ ਲਈ ਇਸ ਦਾ ਕੋਈ ਅਰਥ ਨਹੀਂ ਸੀ। ਜਿਉਂ-ਜਿਉਂ ਜਵਾਨੀ ਦੀ ਦਹਿਲੀਜ਼ ਵੱਲ ਵਧਿਆ ਤਾਂ ਤਸਵੀਰ ਸਪਸ਼ਟ ਹੋਣ ਲੱਗੀ ਤਾਂ ਇੱਕ ਦਿਨ ਅਚਾਨਕ ਮੈਨੂੰ ਪਾਕਿਸਤਾਨ ਦੇਸ਼ ਨਾਲ ਨਫ਼ਰਤ ਹੋ ਗਈ ਸੀ। ਮੇਰੀ ਮਾਂ ਲੈਲਪੁਰ ਦੇ ਪਿੰਡ ਚੱਕ 94 ਦੇ ਜਾਗੀਰਦਾਰ ਦੀ ਧੀ, ਨਾਦਾ ਨਾਲ ਪਲੀ ਸਿਆਲਕੋਟ ਦੇ ਪਿੰਡ ਘੱਟੇ ਰੋੜੇ ਦੇ ਸਰਦੇ ਪੁੱਜਦੇ ਧਨੀ ਕਿਸਾਨ ਸ਼ਾਹਾਂ ਦੀ ਨੂੰਹ, ਆਰਥਕ ਥੋੜਾਂ ਦੀ ਸ਼ਿਕਾਰ ਹੋਈ ਨੂੰ ਲੋਕਾਂ ਦੇ ਕੱਪੜੇ ਸਿਉਣੇ ਪਏ ਸਨ। ਮੇਰਾ ਹੋਣਹਾਰ ਬਾਪ ਇੱਧਰ ਆ ਕੇ ਆਰਥਕ ਤੰਗੀਆਂ ਦੇ ਹੜ੍ਹ ਵਿੱਚ ਐਸਾ ਰੁੜਿਆ ਕਿ ਸਾਰੀ ਉਮਰ ਉਸ ਦੇ ਪੈਰ ਨਾ ਲੱਗ ਸਕੇ। ਕੀ ਕਸੂਰ ਸੀ ਮੇਰੇ ਮਾਪਿਆਂ ਦਾ, ਮੇਰੇ ਵੱਡੇ ਵੀਰ ਕਾਮਰੇਡ ਕੁਲਦੀਪ ਸਿੰਘ ਦਾ ਤੇ ਮੇਰੀ ਭੈਣ ਪ੍ਰੋਫੈਸਰ ਨਰਿੰਦਰ ਖੇੜਾ ਦਾ। ਮੇਰੀ ਸੋਲ ਜੀ ਮਾਂ ਦੀਆਂ ਅੱਖਾਂ ਵਿੱਚ ਸੁਪਨਿਆਂ ਦੇ ਅੰਬਾਰ ਸਨ। ਉਦੋਂ ਸਾਲ ਹੀ ਹੋਇਆ ਸੀ ਅਜੇ ਆਪਣਾ ਵੱਖਰਾ ਪੱਕਾ ਤੇ ਸੋਹਣਾ ਘਰ ਬਣਾਏ ਨੂੰ ਕਿ ਆਜ਼ਾਦੀ ਦਾ ਨਿੱਘ ਮਾਣਨ ਲਈ ਇੱਧਰ ਆਉਣਾ ਪਿਆ। ਕਿਸੇ ਇੱਕ ਨੇਤਾ ਦੀਆਂ ਰਾਜਸੀ ਲਾਲਸਾਵਾਂ ਦੀ ਸ਼ਿਕਾਰ ਹੋਏ ਦੇਸ਼ ਵਿੱਚ ਆਪਣੇ 7 ਰੰਗੇ ਦਿਨ ਕੁਰਬਾਨ ਕਰਨ। ਉਫ, ਮੈਂ ਤਾਂ ਗਵਾਚ ਹੀ ਗਿਆ ਸਾਂ। ਸਤਨਾਮ ਮਾਣਕ ਹੁਰੀ ਆਪਣੇ ਵਿਚਾਰ ਦੱਸ ਰਹੇ ਸਨ। ਮੈਂ ਸਟੇਜ 'ਤੇ ਬੈਠੇ ਮੁਹੱਬਤ ਦੇ ਹਰਕਾਰੇ ਦੀ ਮਕਨਾਤੀਸੀ ਸ਼ਖਸੀਅਤ ਵੱਲ ਖਿੱਚਦਾ ਗਿਆ। ਮੈਂ ਅਥਾਹ ਨਫ਼ਰਤ ਕਰਦਾ ਸਾਂ ਪਾਕਿਸਤਾਨ ਨੂੰ ਉਦੋਂ ਤੱਕ ਜਦੋਂ ਤੱਕ ਮੇਰਾ ਜੋਸ਼ ਹੋਸ਼ 'ਤੇ ਹਾਵੀ ਸੀ। ਪਰ ਜਦ ਮੈਂ ਗਿਆਨਵਾਨ ਲੋਕਾਂ ਦੀ ਮਹਿਫਲ ਦਾ ਹਿੱਸਾ ਬਣਿਆ, ਜਦ ਕਿਤਾਬਾਂ ਦੇ ਜੰਗਲ ਵਿੱਚ ਸੱਚ ਜਾਣਨ ਦੀ ਲੋਚ ਨਾਲ ਗੁਆਚਣ ਤੱਕ ਗਿਆ, ਜਦ ਮੇਰੇ ਅਨੁਭਵ ਦੀ ਮਿੱਟੀ ਵਿੱਚ ਸਮਝ ਦਾ ਸੂਰਜਮੁਖੀ ਉੱਗਿਆ ਤਾਂ ਮੈਨੂੰ ਦੇਸ਼ ਦੀ ਵੰਡ ਲਈ ਜ਼ਿੰਮੇਵਾਰ ਸਿਆਸਤਦਾਨਾਂ ਦੀਆਂ ਸ਼ੈਤਾਨੀ ਚਾਲਾਂ ਦਾ ਇਲਮ ਹੋ ਗਿਆ। ਤਦ ਪਾਕਿਸਤਾਨ ਦੇ ਬੇਕਸੂਰ ਲੋਕਾਂ ਨਾਲ ਮੈਨੂੰ ਮੋਹ ਹੋਣ ਲੱਗਾ। ਉੱਥੋਂ ਦੇ ਇਤਿਹਾਸਕ ਥਾਵਾਂ, ਗੁਰਦੁਆਰਿਆਂ, ਦਰਿਆਵਾਂ ਆਦਿ ਨੇ ਮੈਨੂੰ ਸੋਚਣ ਲਈ ਆਖਿਆ ਕਿ ਇਹ ਸਭ ਆਪਣੇ ਨੇ, ਅਸੀਂ ਉਹਨਾਂ ਦੇ ਹਾਂ। ਗੱਲ ਕੁਝ ਵੀ ਨਹੀਂ ਸੀ। ਦੇਸ਼ ਇੱਕ ਵੀ ਰਹਿ ਸਕਦਾ ਸੀ, ਕਨਫੈਡਰੇਸ਼ਨ ਵੀ ਬਣ ਸਕਦੀ ਸੀ, ਘੱਟ ਵੱਧ ਉਜਾੜੇ ਤੋਂ ਬਚਿਆ ਜਾ ਸਕਦਾ ਸੀ। ਸਿਆਸਤਦਾਨਾਂ ਹੀ ਨਫ਼ਰਤ ਫੈਲਾਈ ਤੇ ਧਰਤੀ ਦੀ ਹਿੱਕ 'ਤੇ ਲਕੀਰ ਖਿੱਚ ਕੇ 2 ਫਾੜ ਕਰ ਦਿੱਤਾ ਸੀ। ਉਹਨਾਂ ਲਈ ਇੱਕ ਖੇਡ ਸੀ, ਸ਼ੁਗਲ ਸੀ। ਇਲਿਆਸ ਘੁੰਮਣ ਦਾ ਸੁਨੇਹਾ ਠੀਕ ਹੈ, ਸਾਡੇ ਦਿਲਾਂ ਦੀ ਦੂਰੀ ਖਤਮ ਹੋਣੀ ਚਾਹੀਦੀ ਹੈ। ਫਰਕ ਕੀ ਹੈ? ਸਾਡੀ ਬੋਲੀ ਇੱਕ ਹੈ, ਸੱਭਿਆਚਾਰ, ਇਤਿਹਾਸ ਮੁੱਢ ਇੱਕ ਹੈ, ਨਫ਼ਰਤ ਦੀ ਕੋਈ ਗੁੰਜਾਇਸ਼ ਨਹੀਂ। 7:30 ਵੱਜਣ ਵਾਲੇ ਸਨ। ਬਾਹਰ ਬਾਰੀਆਂ ਥਾਣੀ ਦਿਸ ਦਾ ਚਾਨਣ ਅਲੂਪ ਹੋ ਚੁੱਕਾ ਸੀ। ਪੇਂਟ ਕਰਨਹੱਤ ਸਬਾਸਕ ਦੀ ਇੱਕ ਕਾਪੀ ਦੇ ਮੁੱਖ ਪੰਨੇ 'ਤੇ ਮੈਂ ਆਪਣੇ ਦਸਤਖਤ ਸਮੇਤ ਦਿਲੀ ਮੁਹੱਬਤ ਸਹਿਤ ਜਨਾਬ ਇਲਿਆਸ ਘੁੰਮਣ ਲਈ ਸ਼ਬਦ ਲਿਖ ਰੱਖੇ ਸਨ। ਪਰ ਸਮਾਗਮ ਮੁੱਕ ਨਹੀਂ ਸੀ ਰਿਹਾ, ਬਸ ਨਿਕਲ ਸਕਦੀ ਸੀ। ਘੁੰਮਣ ਨੂੰ ਇੱਕ ਵਾਰ ਮੈਂ ਨੀਝ ਲਾ ਕੇ ਰੱਜ ਕੇ ਵੇਖਿਆ ਤੇ ਵਾਪਸ ਕਪੂਰਥਲੇ ਜਾਣ ਦਾ ਮਨ ਬਣਾ ਲਿਆ। ਉੱਠਿਆ ਤਾਂ ਸੋਚਿਆ ਹਰਭਜਨ ਸਿੰਘ ਹੁੰਦਲ ਹੋਰਾਂ ਨੂੰ ਫਤਿਹ ਬੁਲਾਉਂਦਾ ਜਾਵਾਂ। ਉਹ ਰਸਤੇ ਵਿੱਚ ਹੀ ਸਨ। ਅੱਛਾ ਹੁੰਦਲ ਸਾਹਿਬ, ਚੱਲਣਾ, ਮੈਂ ਬੱਸ ਫੜਨੀ ਆ। ਘੁੰਮਣ ਨੂੰ ਮਿਲਿਆ ਕਿ ਨਹੀਂ? ਹੁੰਦਲ ਸਾਹਿਬ ਨੇ ਮੇਰਾ ਹੱਥ ਫੜਦਿਆਂ ਕਿਹਾ। ਨਹੀਂ, ਮਿਲਣਾ ਮੁਸ਼ਕਿਲ ਜਾਪਦਾ, ਮੈਂ ਦਿਲ ਦੀ ਕਹੀ। ਇਹੋ ਜਿਹੇ ਮੌਕੇ ਮੁੜ ਨਹੀਂ ਮਿਲਦੇ ਹੁੰਦੇ। ਸਟੇਜ 'ਤੇ ਜਾ ਕੇ ਹੋਰ ਨਹੀਂ ਤਾਂ ਸਤਿ ਸ੍ਰੀ ਅਕਾਲ ਹੀ ਕਹਿ ਆ, ਸੰਗੀ ਦਾ ਨਹੀਂ, ਜਾਂ ਵੇਲਾ ਨਾ ਖੁੰਝਾ। ਸਟੇਜ 'ਤੇ ਜਾਣਾ ਮੇਰੇ ਲਈ ਕੋਈ ਔਖੀ ਗੱਲ ਨਹੀਂ ਸੀ, ਪਰ ਸਵਾਲ ਪੁੱਛਣ ਵਾਲੇ ਨੂੰ ਪਤਾ ਨਹੀਂ ਕੀ ਹੋ ਗਿਆ ਸੀ। ਬਾਵਜੂਦ ਲੇਖਕਾਂ ਦੇ ਟੋਕਣ ਦੇ ਉਹ ਆਪਣਾ ਅਕਾਊ ਭਾਸ਼ਣ ਲਮਕਾਈ ਜਾ ਰਿਹਾ ਸੀ। ਮੈਂ ਪ੍ਰਧਾਨਗੀ ਮੰਡਲ ਵਾਲੀਆਂ ਕੁਰਸੀਆਂ ਦੇ ਪਿੱਛੇ ਥੋੜ੍ਹਾ ਹਟ ਕੇ ਉਡੀਕ ਕਰਨ ਲੱਗਾ। ਘੁੰਮਣ ਧਿਆਨ ਨਾਲ ਸੁਣਦਾ ਬਣਦੇ ਸਵਾਲਾਂ ਤਾਈਂ ਨੋਟ ਕਰ ਰਿਹਾ ਸੀ। ਮੈਂ ਵਿਘਨ ਨਹੀਂ ਸਾਂ ਪਾਉਣਾ ਚਾਹੁੰਦਾ, ਮਤੇ ਕੋਈ ਸਵਾਲ ਅਣਸੁਣਿਆ ਹੋ ਜਾਵੇ। ਵਾਹਵਾ ਟਾਈਮ ਲੱਗ ਗਿਆ, ਘੁਸਰ ਮੁਸਰ ਹੋਣ ਲੱਗੀ। ਸਰੋਤੇ ਔਖੇ ਹੋ ਗਏ ਜਾਪਦੇ ਸਨ। ਉਹ ਹਟਿਆ ਤਾਂ ਘੁੰਮਣ ਜਵਾਬ ਦੇਣ ਲਈ ਉੱਠਿਆ। ਸਰੋਤਿਆਂ ਦੇ ਰੌਲੇ ਵਿੱਚ ਮਹਾਂਵੀਰ
ਮਹਾਂਵੀਰ ਸਿੰਘ ਦਿਰਦੀ ਦਾ ਦਿਵਿਆਂਗ ਸਾਫ਼ ਸੁਣਾਈ ਦਿੱਤਾ। ਨਾ ਇਹਦੇ ਭਾਸ਼ਣ ਵਿੱਚ ਜਵਾਬ ਦੇਣ ਵਾਲੀ ਕਿਹੜੀ ਗੱਲ ਹੈ, ਪਰ ਘੁੰਮਣ ਨੇ ਫਿਰ ਵੀ ਬੜੇ ਹੀ ਸਲੀਕੇ ਤੇ ਠਹਿਰਵੇਂ ਨਾਲ ਜਵਾਬ ਦਿੱਤੇ ਤੇ ਤਾੜੀਆਂ ਦੀ ਜੋਸ਼ੀਲੀ ਗੂੰਜ ਵਿੱਚ ਜਦੋਂ ਉੱਚੀ ਆਪਣੀ ਸੀਟ ਵੱਲ ਤੁਰਿਆ ਤਾਂ ਮੈਂ ਆਪਣੇ ਮਕਸਦ ਲਈ ਅਗਾਂਹ ਹੋਇਆ। ਉਸ ਦੇ ਬੈਠਦਿਆਂ ਹੀ ਮੈਂ ਕੁਰਸੀ ਦੇ ਪਿੱਛੇ ਖਲੋਤੇ ਨੇ ਝੁੱਕ ਕੇ ਲਾਗੇ ਹੁੰਦਿਆਂ ਧੀਮੀ ਜਿਹੀ ਸਤਿ ਸ੍ਰੀ ਅਕਾਲ ਬੁਲਾਇਆ। ਸਤਿ ਸ੍ਰੀ ਅਕਾਲ। ਲਾਪਰਵਾਹ ਤੇ ਥੱਕੇ ਅੰਦਾਜ਼ ਵਿੱਚ ਜ਼ਮੀਨ ਵੱਲ ਵੇਖਦਿਆਂ ਉਸ ਦੀ ਧੀਮੀ ਸੁਰ ਵਿੱਚ ਹੀ ਜਵਾਬ ਦਿੱਤਾ। ਦੋ ਬੋਲ ਦਾ ਸਾਂਝੇ ਕਰਨੇ ਸਨ ਤੁਹਾਡੇ ਨਾਲ। ਹਾਂ ਦੱਸੋ। ਉਸ ਅਗਲੇ ਸ਼ਬਦ ਸੁਣਨ ਲਈ ਖੁਦ ਨੂੰ ਥੋੜ੍ਹਾ ਜਿਹਾ ਮੇਰੇ ਵੱਲ ਝੁਕਾਇਆ। ਮੈਂ ਜੰਗ ਬਹਾਦਰ ਸਿੰਘ ਘੁੰਮਣ। ਉਹ ਘੁੰਮਣ। ਉਹ ਕਾਹਲੀ ਦੇ ਚਾਅ ਨਾਲ ਇੱਕਦਮ ਉੱਠਿਆ, ਜਿਵੇਂ ਕੋਈ ਗੁਆਚੀ ਚੀਜ਼ ਲੱਭ ਗਈ ਹੋਵੇ। ਮੇਰੇ ਵੱਲ ਝੁਕਿਆ ਤੇ ਕੁਰਸੀ ਦੇ ਉੱਤੋਂ ਦੀ ਹੀ ਮੈਨੂੰ ਗਲਵਕੜੀ ਪਾ ਲਈ। ਮੈਂ ਉਸ ਸਾਂਝਾਂ ਦੇ ਪ੍ਰਤੀਕ ਨੂੰ ਕਲਾਵੇ ਵਿੱਚ ਲੈ ਲਿਆ। ਉਸ ਦੇ ਚਿਹਰੇ 'ਤੇ ਵਿਲੱਖਣ ਖੁਸ਼ੀ ਦਾ ਪ੍ਰਗਟਾਅ ਸਾਫ਼ ਝਲਕਦਾ ਸੀ। ਮੈਂ ਇੰਨੇ ਦਿਨਾਂ ਦਾ ਉਡੀਕਦਾ ਸਾਂ ਤੁਹਾਨੂੰ। ਖੈਰ ਮਿਲ ਗਿਆ। ਤੁਹਾਡਾ ਪਰਚਾ ਸਾਨੂੰ ਲਾਹੌਰ ਬਾਕਾਇਦਾ ਮਿਲਦਾ ਹੈ, ਤੁਹਾਡਾ ਰਵੇਲ ਵੀ ਮਿਲਦਾ ਹੈ। ਸੁਭਾਸ਼ਕ ਦੇਣਾ ਸੀ ਤੁਹਾਨੂੰ, ਉਂਝ ਪੋਸਟ ਵੀ ਕੀਤਾ ਹੋਇਆ, ਲਾਹੌਰ ਜਾਂਦਿਆਂ ਹੀ ਤੁਹਾਨੂੰ ਮਿਲ ਜਾਵੇਗਾ। ਆਹ ਵੇਖੋ, ਇੱਕ ਖੱਤ ਦੇ ਜਵਾਬ ਵਿੱਚ ਤੁਹਾਡਾ ਇਸ ਵਿੱਚ ਸਰਨਾਮਾ ਛਾਪਿਆ ਹੋਇਆ ਸਾਂ। ਅੱਛਾ, ਕਿੰਨੀ ਮੁਹੱਬਤ ਕਰਦੇ ਹੋ ਤੁਸੀਂ। ਇਸ ਬਰਾਬਰ ਮੇਰੇ ਪਾਸ ਹਰਫ ਨਹੀਂ। ਮੈਂ ਖੱਤ ਲਿਖਾਂਗਾ ਤੁਹਾਨੂੰ। ਅੱਛਾ, ਮੈਂ ਉਡੀਕਾਂਗਾ ਸਦਾ ਹੀ ਤੁਹਾਡੇ ਖੱਤ। ਮੈਂ ਵੀ ਲਿਖਾਂਗਾ। ਤੇ ਇੰਜ ਮੈਂ ਘੁੰਮਣ ਤੋਂ ਵਿਦਿਆ ਹੋਇਆ। ਇਹ ਮੇਰੇ ਲਈ ਕੋਈ ਨਿੱਕੀ ਜਿਹੀ ਗੱਲ ਨਹੀਂ ਸੀ। ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਨਾਲ ਭਰੇ ਹਾਲ ਵਿੱਚ ਸਭ ਦੇ ਸਾਹਮਣੇ ਸਟੇਜ 'ਤੇ ਇਲਿਆਸ ਘੁੰਮਣ ਮੈਨੂੰ ਕਿੰਨਾ ਸੋਹਣਾ ਤੇ ਸੀਨਾ ਤਾਣ ਕੇ ਤੇ ਅਪੰਤ ਨਾਲ ਮਿਲਿਆ ਸੀ। ਅਮਨਾਂ ਦਾ ਦੂਤ ਇਲਿਆਸ ਘੁੰਮਣ ਉਸ ਦੇ ਮੁਹੱਬਤ ਭਰੇ ਰਵੱਈਏ ਨਾਲ ਮਾਲਾ ਮਾਲ ਹੋ ਗਿਆ ਸਾਂ। ਮੇਰਾ ਰੋਮ ਨਸ਼ਿਆ ਗਿਆ। ਕੁਝ ਪਲਾਂ ਲਈ ਮੇਰੇ ਲਹੂ ਵਿੱਚ ਦੇਵੀ ਝਰਨਾਹਟ ਛਿੜੀ ਰਹੀ। ਅਲੌਕਿਕ ਖੁਸ਼ੀ ਮੇਰੇ ਜਿਸਮ ਵਿੱਚ ਸੁਖਾਵੀਂ ਲਹਿਰ ਵਾਂਗ ਫੈਲ ਗਈ। ਮੇਰੇ ਪੈਰ ਧਰਤੀ 'ਤੇ ਨਹੀਂ ਸਨ ਲੱਗ ਰਹੇ। ਮੈਨੂੰ ਲੱਗਾ ਕਿ ਜਿਵੇਂ ਇਹ ਗਲਵਕੜੀ ਸਿਰਫ ਇਲਿਆਸ ਘੁੰਮਣ ਨਾਲ ਹੀ ਨਹੀਂ, ਸਗੋਂ ਆਪਣੀ ਹੀ ਧਰਤੀ ਦੇ ਇੱਕ ਹੋਰ ਹਿੱਸੇ ਪਾਕਿਸਤਾਨ ਨਾਲ ਸੀ। ਹਾਲ 'ਚੋਂ ਬਾਹਰ ਆਉਂਦਿਆਂ ਪ੍ਰੋਫੈਸਰ ਪੂਰਨ ਸਿੰਘ ਦੀਆਂ ਲਾਈਨਾਂ ਮੱਲੋ ਮੱਲੀ ਮੇਰੇ ਲਬਾਂ 'ਤੇ ਆ ਮੇਰੀ ਸਮੁੱਚੀ ਹੋਂਦ ਨੂੰ ਸਵਾਦ ਕਰ ਗਈਆਂ। ਰਾਵੀ ਸੋਹਣੀ ਪਈ ਵਗਦੀ, ਮੈਨੂੰ ਸਤਲੁਜ ਪਿਆਰਾ ਹੈ। ਮੈਨੂੰ ਬਿਆਸ ਪਈ ਖਿੱਚਦੀ, ਮੈਨੂੰ ਝਨਾ ਆਵਾਜ਼ਾਂ ਮਾਰਦੀ। ਮੈਨੂੰ ਜੇਹਲਮ ਪਿਆਰ ਦਾ ਅਟਕਾਂ ਦੀ ਲਹਿਰਾਂ ਦੀ ਠਾਠ ਮੇਰੇ ਬੂਹੇ 'ਤੇ ਵੱਜਦੀ। ਹੁਣ ਮੈਂ ਬੱਸ ਅੱਡੇ ਲਈ ਸੋਡੀਅਮ ਲਾਈਟ ਵਾਲੇ ਬਿਜਲੀ ਖੰਭਿਆਂ ਦੀ ਸੁਨਹਿਰੀ ਰੋਸ਼ਨੀ ਨਾਲ ਖੜੀ ਸੜਕ 'ਤੇ ਸਾਂ। ਅੱਜ ਦੀ ਆਪਣੀ ਜਲੰਧਰ ਯਾਤਰਾ ਦੀ ਯਾਦਗਾਰੀ ਸਫਲਤਾ ਕਾਰਨ ਖੁਸ਼ੀ ਦੇ ਆਲਮ ਵਿੱਚ ਖੀਵਾ ਆਪਣੀ ਇੱਕ ਪੁਰਾਣੀ ਗਜ਼ਲ ਗੁਣਗੁਣਾਉਂਦਾ ਮਿਲ ਵਰਤਨ ਦੇ ਜਜ਼ਬਾਤੀ ਅਹਿਦ ਦੀ ਰਸ ਭੰਨੀ ਮਹਿਕ ਨਾਲ ਮਹਿਕ ਹੋਇਆ। ਸਾਂਝਾਂ ਦੇ ਪੁੱਲ ਦੀ ਆਸ ਵਿੱਚ ਤੁਰਦਾ ਕਿਸੇ ਜ਼ਿੰਮੇਵਾਰੀ ਦੇ ਅਹਿਸਾਸ 'ਚੋਂ ਆਪਣੀ ਕਲਮ ਲਈ ਹਰਫਾਂ ਦੇ ਨਕਸ਼ ਮਹਿਸੂਸ ਕਰ ਰਿਹਾ ਸਾਂ। ਇਹ ਕੌਣ ਤੁਰ ਗਿਆ ਹੈ ਚੌਂਕੀ ਵਫਾ ਦੀ ਭਰ ਕੇ। ਇਹ ਕੌਣ ਤੁਰ ਗਿਆ ਹੈ ਚੌਂਕੀ ਵਫਾ ਦੀ ਭਰ ਕੇ। ਦਿਲ ਦੇ ਮਜ਼ਾਰ ਉੱਤੇ ਰੋਸ਼ਨ ਚਿਰਾਗ ਕਰਕੇ। ਜਜ਼ਬਾਤ ਭਾਵਨਾਵਾਂ ਸਭ ਯਾਰ ਤੋਂ ਨਿਛਾਵਰ, ਜੋ ਕੋਲ ਪਹੁੰਚਿਆ ਸੀ ਲੰਮੀ ਉਡਾਨ ਭਰ ਕੇ। ਪਿੱਛੋਂ 'ਚ ਹੈ ਸੁਨੇਹਾ ਅਪੰਤ ਪਿਆਰ ਭਰਿਆ, ਯਾਰੋ ਪੁਰੇ 'ਚ ਘੱਲੋ ਰਜਵੀਂ